ਭਾਸ਼ਾ ਵਿਭਾਗ ਦੀ ਪੁਸਤਕ ਹਸਤਨਾਪ ਦੀ ਪਹਿਲੀ ਕਹਾਣੀ ਹੈ ਸੂਲੀ 'ਤੇ ਚੜ੍ਹਨ ਦੀ ਘੜੀ। ਲੇਖਕ ਕਰਤਾਰ ਸਿੰਘ ਦੁੱਗਲ। ਆਖਰ ਉਹ ਘੜੀ ਆ ਪਹੁੰਚੀ ਸੀ, ਸੂਲੀ 'ਤੇ ਚੜ੍ਹਨ ਦੀ ਘੜੀ। ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਉਂਦੀ। ਕਿੰਨੇ ਵਰ੍ਹਿਆਂ ਤੋਂ ਜਿਸ ਛਿਣ ਨਾਲ ਉਹ ਲੁਕਣ ਮਿੱਟੀ ਖੇਡ ਰਹੀ ਸੀ, ਉਹ ਸਹਿਕਵਾਂ ਸਿਤਮਗਰ ਛਿਣ ਉਹਦੀ ਝੋਲੀ ਵਿੱਚ ਸੀ। ਉਹ ਛਿਣ ਜਿਸ ਲਈ ਉਹ ਕਿੰਨਾ ਚਿਰ ਕਲਮ ਕੱਲੀ ਬੈਠੀ ਗੰਨੀਆਂ ਪਿੱਛੇ ਹੰਝੂ ਲੁਕੋਏ ਸੁਪਨਿਆਂ ਦੀਆਂ ਵੇਣੀਆਂ ਪਾਉਂਦੀ ਰਹਿੰਦੀ ਸੀ ਅਤੇ ਫਿਰ ਉਹਨਾਂ ਨੂੰ ਆਪਣੇ ਜੂੜੇ ਵਿੱਚ ਉੜਸ ਕੇ ਸਾਰਾ ਦਿਨ ਨਸ਼ਿਆਈ ਮਹਿਸੂਸ ਕਰਦੀ। ਉਹ ਛਿਣ ਜਿਹਦਾ ਸੋਚ ਕੇ ਉਹਦੇ ਪਰਸਿਓਂ ਛੁੱਟਣ ਲੱਗ ਪੈਂਦੇ ਸਨ। ਉਹਦੀਆਂ ਅੱਖੀਆਂ ਸਾਹਮਣੇ ਹਨੇਰੇ ਦੀਆਂ ਕੰਧਾਂ ਉਸਰਨ ਲੱਗਦੀਆਂ ਸਨ। ਉਹਨੂੰ ਆਪਣੇ ਆਪ ਤੋਂ ਡਰ ਆਉਣ ਲੱਗ ਪੈਂਦਾ ਸੀ ਅਤੇ ਉਹ ਗਾਇਤਰੀ ਦਾ ਪਾਠ ਕਰਨ ਲੱਗ ਪੈਂਦੀ ਸੀ। ਉਹ ਛਿਣ ਉਹਦੇ ਸਾਹਮਣੇ ਖਲੋਤਾ ਬਿੱਟ ਉਹਦੇ ਵੱਲ ਤੱਕ ਰਿਹਾ ਸੀ, ਮੰਦ ਮੁਸਕਰਾ ਰਿਹਾ ਸੀ ਅਤੇ ਅੱਜ ਉਸ ਹਥਿਆਰ ਸੁੱਟ ਪਏ ਸਨ। ਹਾਰ ਕੇ ਆਪਣੇ ਆਪ ਨੂੰ ਸਮੁੱਚਾ ਉਸ ਘੜੀ ਦੇ ਹਵਾਲੇ ਕਰ ਦਿੱਤਾ ਸੀ। ਇਹੀ ਤਾਂ ਉਹਦੀ ਸਹੇਲੀ ਲੇਡੀ ਡਾਕਟਰ ਸ਼ਾਂਤਾ ਨੇ ਕਿਹਾ ਸੀ, ਜਿਹਦੇ ਕਲੀਨਿਕ 'ਚੋਂ ਉਸ ਹੁਣੇ ਬਾਹਰ ਕਦਮ ਰੱਖਿਆ ਸੀ। ਨਮੂਨੇ ਵਜੋਂ ਆਈਆਂ ਗੋਲੀਆਂ ਦੀ ਇੱਕ ਡੱਬੀ ਉਹਨੂੰ ਫੜਾਉਂਦੇ ਹੋਏ ਉਸ ਕਿਹਾ ਸੀ, ਇਹਨਾਂ ਨੂੰ ਵਰਤ ਕੇ ਵੇਖੋ। ਪਿਲ ਨੇ ਸਾਰੀ ਦੀ ਸਾਰੀ ਔਰਤ ਜ਼ਾਤ ਨੂੰ ਆਜ਼ਾਦ ਕਰ ਦਿੱਤਾ ਹੈ। ਜਿਹੜੀ ਆਜ਼ਾਦੀ ਸੈਂਕੜੇ ਅੰਦੋਲਨ ਔਰਤ ਨੂੰ ਨਹੀਂ ਦੇ ਪਾਏ, ਇਸ ਇੱਕ ਗੋਲੀ ਨੇ ਔਰਤ ਦੇ ਕਦਮਾਂ 'ਚ ਲਿਆ ਸੁੱਟੀ ਹੈ। ਹੁਣ ਔਰਤ ਮਰਦ ਦੀ ਗੁਲਾਮੀ ਤੋਂ ਬੇਨਿਆਜ਼ ਹੋ ਗਈ ਹੈ। ਇਤਿਹਾਸ ਵਿੱਚ ਪਹਿਲੀ ਵਾਰੀ ਔਰਤ ਜ਼ਾਤ ਮਰਦ ਦੇ ਬਰਾਬਰ ਆ ਖਲੋਤੀ ਹੈ। ਉਹਦੇ ਜੇਡੀ ਆਪਣੇ ਆਪ ਨੂੰ ਆਜ਼ਾਦ ਗਿਣ ਸਕਦੀ ਹੈ। ਮਾਲਾ ਨੇ ਕਲੀਨਿਕ ਤੋਂ ਬਾਹਰ ਪੈਰ ਹੀ ਰੱਖਿਆ ਸੀ ਅਤੇ ਉਸ ਮਹਿਸੂਸ ਕੀਤਾ ਉਹਨੂੰ ਰੁਕ ਜਾਣਾ ਚਾਹੀਦਾ ਸੀ, ਜਿਵੇਂ ਉਹਦੀ ਸਹੇਲੀ ਲੇਡੀ ਡਾਕਟਰ ਨੇ ਉਹਨੂੰ ਮਸ਼ਵਰਾ ਦਿੱਤਾ ਸੀ। ਬਾਹਰ ਤੇ ਅੰਤਾਂ ਦੇ ਘਨਘੋਰ ਬੱਦਲ ਘਿਰ ਕੇ ਆਏ ਹੋਏ ਸਨ। ਕਿਸੇ ਵੇਲੇ ਵੀ ਜੁਲਾਈ ਟੁੱਟ ਸਕਦੀ ਸੀ। ਕਨਾਟ ਪਲੇਸ ਦੇ ਵਰਾਂਡੇ 'ਚ ਖਲੋਤੀ ਉਹ ਟੈਕਸੀ 'ਚ ਉਡੀਕ ਕਰ ਰਹੀ ਸੀ ਕਿ ਉਹਦੇ ਸਾਹਮਣੇ ਉਹਦੀ ਮੋਟਰ ਆ ਰੁਕੇ। ਉਸ ਵੱਲ ਵੇਖਦਾ ਉਹ ਮੰਦ ਮੁਸਕਰਾ ਰਿਹਾ ਸੀ, ਜਿਵੇਂ ਅਸਮਾਨ 'ਚ ਲੁਕਿਆ ਕੋਈ ਸ਼ਿਕਾਰਾ ਅਚਨਚੇਤ ਝੁਣ ਆਣ ਮਾਰਦਾ ਹੈ। ਉਹ ਪਤਾ ਨਹੀਂ ਕਿੱਥੋਂ ਟਪਕ ਪਿਆ ਸੀ ਅਤੇ ਉਹ ਉਹਦੇ ਨਾਲ ਅਗਲੀ ਸੀਟ 'ਤੇ ਜਾ ਬੈਠੀ। ਕਿੱਥੇ ਚੱਲਣਾ? ਕੈਲਾਸ਼ ਨੇ ਕੁਝ ਚਿਰ ਬਾਅਦ ਉਹ ਤੋਂ ਪੁੱਛਿਆ। ਮੋਟਰ ਕਨਾਟ ਪਲੇਸ ਤੋਂ ਬਾਹਰ ਨਿਕਲ ਆਈ ਸੀ। ਬੱਦਲ ਚੋਆਂ ਕਰ ਰਹੇ ਸਨ। ਇਹ ਕਿਸੇ ਵੇਲੇ ਵਸ ਸਕਦੇ ਸਨ। ਠੰਡੀ ਮਿੱਠੀ ਹਵਾ ਝੁੱਲ ਰਹੀ ਸੀ। ਇੱਕ ਨਸ਼ਾ ਸੀ ਲਾਂਭ-ਚਾਂਭ ਵਿੱਚ। ਸਾਵਣ ਦੀ ਵਾਛੜ ਤੋਂ ਬਚਣ ਲਈ ਹਰ ਕੋਈ ਖਿੰਡ ਪੁੰਡ ਰਿਹਾ ਸੀ। ਸੜਕ ਖਾਲੀ ਜਾਪਦੀ ਸੀ, ਜਿਵੇਂ ਅੱਗੇ ਪਿੱਛੇ ਓਲੇ ਆਣ ਖਲੋਤੇ ਹੋਣ। ਹਵਾ ਹੋਰ ਤੇਜ਼ ਹੋ ਗਈ ਸੀ। ਉਹਦੇ ਵਾਲ ਉੱਡ ਕੇ ਉਹਦੇ ਮੂੰਹ ਮੱਥੇ ਨੂੰ ਢੱਕ ਰਹੇ ਸਨ। ਉਹਦੀਆਂ ਪਲਕਾਂ ਦੇ ਉੱਤੇ ਉੱਲਰ ਰਹੇ ਸਨ। ਕਿੱਥੇ ਚੱਲਣਾ ਹੈ? ਕੈਲਾਸ਼ ਨੇ ਫਿਰ ਪੁੱਛਿਆ। ਜਿੱਥੇ ਤੁਹਾਡੀ ਮਰਜ਼ੀ। ਉਹਦੇ ਮੂੰਹ 'ਚੋਂ ਅੱਬੜਵਾ ਨਿਕਲਿਆ ਅਤੇ ਉਸ ਆਪਣਾ ਸਿਰ ਉਹਦੇ ਮੋਢਿਆਂ 'ਤੇ ਸੁੱਟ ਪਾਇਆ, ਜਿਵੇਂ ਸਾਰੀ ਉਮਰ ਤੁਰ ਕੇ ਕੋਈ ਮੁਸਾਫਿਰ ਡਾਢਾ ਥੱਕ ਗਿਆ ਹੋਵੇ। ਥੱਕਣਾ ਤੇ ਉਸ ਹੋਇਆ। ਕਦੋਂ ਦੀ ਉਹ ਇਸ ਪੈੜ 'ਤੇ ਤੁਰਦੀ ਚਲੀ ਆ ਰਹੀ ਸੀ। ਉਹਦੇ ਤਾਂ ਗਿੱਟੇ ਵੀ ਰਹਿ ਗਏ ਸਨ ਅਤੇ ਉਹ ਜਿਸ ਉਹਦੀ ਮੁਹੱਬਤ ਦੀ ਮੁਹਾਟ ਨੂੰ ਆਪਣੇ ਸਿਦਕ ਨਾਲ, ਆਪਣੀ ਆਸਤੀ ਨਾਲ, ਆਪਣੇ ਇਨਕਸਾਰੀ ਨਾਲ, ਆਪਣੇ ਈਸਾਰ ਨਾਲ ਇੰਨੇ ਵਰ੍ਹੇ ਪੁੱਟ ਘਿੱਦਾ ਸੀ, ਜਿਵੇਂ ਇੱਕਦਮ ਠਠੰਬਰ ਗਿਆ। ਉੱਧਰ ਕਹਿਰਾਂ ਦੀ ਬਿਜਲੀ ਲਿਸ਼ਕੀ, ਬੱਦਲ ਗੱਜੇ ਅਤੇ ਛਮ ਵੀ ਮੀਂਹ ਵਸਣ ਲੱਗ ਪਿਆ, ਜਿਵੇਂ ਕੋਈ ਪੂਰੀ ਦੀ ਪੂਰੀ ਢੰਨ ਉਹਨਾਂ 'ਤੇ ਆ ਕੇ ਚੋਣ ਲੱਗ ਪਵੇ। ਚੌਹਾਂ ਪਾਸੇ ਹਨੇਰਾ ਛਾ ਗਿਆ। ਮੀਂਹ ਦੀਆਂ ਕਣੀਆਂ ਲਗਾਤਾਰ ਧਾਰਾਂ ਬਣ ਕੇ ਵਰ੍ਹਨ ਲੱਗ ਪਈਆਂ ਸਨ। ਆਕਾਸ਼ 'ਤੇ ਬਿਜਲੀ ਇੱਕ ਸੱਪਣੀ ਵਾਂਗਰਾਂ ਮੁੜ ਲਿਸ਼ਕ ਰਹੀ ਸੀ। ਬੱਦਲ ਮੁੜ ਚਾਂਗਰਾਂ ਮਾਰ ਰਹੇ ਸਨ। ਅੱਗੇ ਪਿੱਛੇ ਇੱਕ ਅੱਖ ਪਲਕਾਰੇ 'ਚ ਜਲ ਥਲ ਹੋ ਗਿਆ ਸੀ। ਕਾਰ ਦਾ ਵਾਈਪਰ ਜਿਵੇਂ ਝੱਲਾ ਹੋ ਰਿਹਾ ਹੋਵੇ, ਹੈੱਡਲਾਈਟ ਜਿਵੇਂ ਝੰਮੀ ਜਾ ਰਹੀ ਹੋਵੇ। ਆਖਰ ਹਾਰ ਕੇ ਉਸ ਗੱਡੀ ਸੜਕ ਕੰਢੇ ਇੱਕ ਰੁੱਖ ਹੇਠ ਖੜੀ ਕਰਤੀ ਅਤੇ ਕੈਲਾਸ਼ ਨੇ ਇੱਕ ਨਜ਼ਰ ਮਾਲਾ ਵੱਲ ਵੇਖਿਆ। ਆਖਰਾਂ ਦੀ ਸੋਹਣੀ ਔਰਤ ਸੀ। ਇੱਕ ਹੁਸਨ ਜਿਹੜਾ ਉਮਰ ਦੇ ਤਕਾਜ਼ਿਆਂ ਨੂੰ ਝੁਟਲਾਉਂਦਾ ਹੈ। ਕੋਈ ਕਹੇਗਾ ਉਹਦੀ ਧੀ ਵਿਆਹੀ ਵਰੀ ਜਾ ਚੁੱਕੀ ਸੀ। ਪੁੱਤਰ ਫੌਜ ਵਿੱਚ ਕਪਤਾਨ ਸੀ। ਖਾਵੰਦ ਫੁੱਲ ਕਰਨੈਲ ਹੋ ਕੇ ਰਿਟਾਇਰ ਹੋਇਆ ਸੀ। ਕਿੰਨਾ ਚਿਰ ਕਾਰ 'ਚ ਚੁੱਪ ਵਰਤੀ ਰਹੀ। ਬਾਹਰ ਮੀਂਹ ਵੀ ਕਹੇ ਜਿਵੇਂ ਅੱਜੋ ਅੱਜ ਹੈ। ਕੰਨ ਪਈ ਆਵਾਜ਼ ਨਹੀਂ ਸੁਣਾਈ ਦੇ ਰਹੀ ਸੀ। ਸੜਕ ਸੁੰਨ ਪਈ ਸੀ। ਮਾਲਾ ਨੇ ਆਪਣਾ ਬਟੂਆ ਖੋਲ੍ਹਿਆ। ਸਾਹਮਣੇ ਗੋਲੀਆਂ ਦੀ ਉਹ ਡੱਬੀ ਪਈ ਸੀ, ਜਿਹੜੀ ਉਹਦੀ ਲੇਡੀ ਡਾਕਟਰ ਸਹੇਲੀ ਨੇ ਕੁਝ ਚਿਰ ਹੋਇਆ ਉਹਨੂੰ ਵਰਤਣ ਲਈ ਦਿੱਤੀ ਸੀ। ਪਤਾ ਨਹੀਂ ਕੈਲਾਸ਼ ਨੇ ਉਹਨੂੰ ਵੇਖਿਆ ਸੀ, ਨਹੀਂ ਵੇਖਿਆ ਸੀ। ਮਾਲਾ ਵੈਨਿਟੀ ਕਿੱਟ ਨੂੰ ਕੱਢ ਕੇ ਆਪਣਾ ਨਕਸ਼ਿਕ ਸੰਵਾਰਨ ਲੱਗ ਪਈ। ਬਾਰਿਸ਼ ਤੋਂ ਪਹਿਲੇ ਝੁੱਲ ਰਹੀ ਤੇਜ਼ ਹਵਾ ਨੇ ਉਹਦਾ ਮੇਕਅਪ ਦਾ ਸੱਤਿਆਨਾਸ ਕਰਤਾ ਸੀ।
ਤੇ ਉਹ ਆਪ ਮਹਾਰਾ ਸੋਚ ਰਿਹਾ ਸੀ, ਇਸ ਔਰਤ ਨੂੰ ਜਿਹੜੀ ਉਹਦੇ ਨਾਲ ਇਸ ਸੁੰਨਸਾਨ ਸੜਕ ਦੇ ਕੰਢੇ ਕਲਮਕਲੀ ਮੋਟਰ 'ਚ ਬੈਠੀ ਸੀ, ਉਸ ਕਿੰਜ ਪਿਆਰ ਕੀਤਾ ਸੀ। ਉਹ ਦਿਨ ਜਦੋਂ ਭਗਵਾਨ ਦੀ ਮੂਰਤੀ ਅੱਗੇ ਜਿਵੇਂ ਗਿੜਗਿੜਾ ਕੇ ਡਿੱਗ ਪਿਆ ਸੀ, ਇੱਕ ਨਜ਼ਰ ਉਹਨੂੰ ਵੇਖਣ ਦੀ ਲਾਲਸਾ ਨੇ, ਤੇ ਜਦੋਂ ਉਹ ਡੰਡੌਤ ਕਰਕੇ ਉੱਠਿਆ ਸੀ, ਉਸ ਪਾਸਾ ਪਰਤਿਆ ਪਿੱਛੇ ਉਹ ਖਲੋਤੀ ਸੀ। ਉਸ ਵੇਖਿਆ ਤੇ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ। ਇਹ ਮੁਅੱਜ਼ਜ਼ਾ ਸੀ, ਇਹ ਸੁਪਨਾ ਸੀ। ਉਹ ਸੋਚਿਆ ਤੇ ਬਿਨਾਂ ਉਹਦੀ ਅੱਖ ਨਾਲ ਅੱਖ ਮਿਲਾਏ ਉਸ ਸ਼ਿਵਾਲੇ 'ਚੋਂ ਬਾਹਰ ਨਿਕਲ ਆਇਆ ਸੀ। ਮਾਲਾ ਉਹਨੂੰ ਬੁਲਾਉਂਦੀ ਰਹੀ ਸੀ, ਉਹਨੇ ਉਹਦੀ ਇੱਕ ਨਹੀਂ ਸੀ ਸੁਣੀ। ਤੇ ਫਿਰ ਜਦੋਂ ਉਹਨਾਂ ਦੇ ਘਰ ਰਾਤ ਦੀ ਪਾਰਟੀ 'ਚ ਕਿੰਨੇ ਚਿਰ ਤੋਂ ਬੀਅਰ ਪੀ ਰਿਹਾ, ਉਹ ਬਾਥਰੂਮ ਜਾਣ ਲਈ ਉੱਠਿਆ। ਰਸਤੇ 'ਚ ਬੈਡਰੂਮ ਦਾ ਸਵਿੱਚ ਉਹ ਟੋਲ ਰਿਹਾ ਸੀ ਕਿ ਪਤਾ ਨਹੀਂ ਕਿਵੇਂ ਉਹਦੇ ਸਾਹਮਣੇ ਆ ਖਲੋਤੀ, ਉੱਚੀ ਲੰਮੀ ਜਿਵੇਂ ਲਿਫ ਪੈਂਦੀ ਇਸ਼ਕ ਪੇਚੇ ਦੀ ਵੇਲ ਉਹਦੀਆਂ ਬਾਹਾਂ 'ਚ ਢੇਰੀ ਹੋਣ ਲਈ ਬੇਤਾਬ ਹੋਵੇ। ਤੇ ਫਿਰ ਅਚਾਨਕ ਉਹਦੀ ਨਜ਼ਰ ਲਾਈਟ ਦੇ ਸਵਿੱਚ 'ਤੇ ਜਾ ਪਈ। ਉਸ ਅੱਗੇ ਵੱਧ ਕੇ ਬੱਤੀ ਜਲਾਈ ਤੇ ਗੁਸਲਖਾਨੇ ਵੱਲ ਵੱਧ ਗਿਆ। ਫਿਰ ਇੱਕ ਦੁਪਹਿਰ ਜਦੋਂ ਉਹ ਤੇ ਉਹਦਾ ਖਾਵੰਦ ਕਰਨਲ ਪ੍ਰੈਸ਼ਰ ਉਹਨਾਂ ਦੇ ਕਿਸੇ ਕੰਮ ਆਏ ਸਨ, ਕਿੰਨੀ ਗਰਮੀ ਸੀ, ਕਿਸ ਤਰ੍ਹਾਂ ਉਹਦਾ ਪਰਸਿਓਂ ਚੋ ਰਿਹਾ ਸੀ, ਤਾਂ ਵੀ ਉਹ ਕਿੰਨੀ ਸੋਹਣੀ ਲੱਗ ਰਹੀ ਸੀ। ਉਹਦਾ ਜੋਬਨ ਜਿਵੇਂ ਡੁੱਲ ਪੈ ਰਿਹਾ ਹੋਵੇ। ਗਰਮੀ 'ਚ ਬੇਹਾਲ ਉਹਦੀ ਸਾੜੀ ਦਾ ਪੱਲੂ ਉਹਦੀਆਂ ਛਾਤੀਆਂ 'ਤੇ ਆ ਢੇਰੀ ਹੋਇਆ ਪਿਆ ਸੀ। ਉਹਨੂੰ ਲੱਗਾ ਜਿਵੇਂ ਉਹਦੇ ਸੀਨੇ ਨੂੰ ਕਿਸੇ ਮੁਰੁੰਡ ਲਿਆ ਹੋਵੇ। ਜਦੋਂ ਉਹਦਾ ਖਾਵੰਦ ਕਰਨਲ ਪ੍ਰੈਸ਼ਰ ਨਾਲ ਦੇ ਕਮਰੇ 'ਚ ਟੈਲੀਫੋਨ ਕਰਨ ਗਿਆ, ਕੈਲਾਸ਼ ਤੋਂ ਜਿਵੇਂ ਰਿਹਾ ਨਾ ਗਿਆ। ਗੋਲ ਕਮਰੇ ਦੇ ਗੁਲਦਾਨ 'ਚੋਂ ਇੱਕ ਅੱਧਖਿੜੀ ਕਲੀ ਕੱਢ ਕੇ ਉਸ ਉਹਨੂੰ ਭੇਂਟ ਕੀਤੀ। ਕਲੀ ਦਾ ਰੰਗ ਉਹਦੀ ਸਾੜੀ ਦੇ ਰੰਗ ਨਾਲ ਮਿਲਦਾ ਸੀ। ਕਲੀ ਉਸ ਫੜ ਲਈ, ਪਰ ਜਿਵੇਂ ਮੁੜ ਉਹਦੇ ਪਸੀਨੇ ਛੁੱਟਣ ਲੱਗ ਪਏ। ਉਹਦੇ ਹੱਥ ਪਰਸਿਓ ਨਾਲ ਤਰੀਟ ਹੋ ਰਹੇ ਸਨ। ਇਹਦੀ ਬਜਾਏ ਕਿ ਉਹ ਇੰਨੀ ਸੁੰਦਰ ਕਲੀ ਲਈ ਸ਼ੁਕਰੀਆ ਕਹਿੰਦੀ, ਖਿੜਨ ਕਰ ਰਹੀ ਕਲੀ ਨੂੰ ਆਪਣੇ ਬੁੱਕ ਜਿੱਡੇ ਭਾਰੇ ਜੂੜੇ ਚੂੜਸਦੀ, ਉਹਨੂੰ ਆਪਣੇ ਹੱਥ 'ਚ ਫੜੀ ਉਹ ਜਿਵੇਂ ਪਰੇਸ਼ਾਨ ਹੋ ਰਹੀ ਸੀ। ਉਹ ਕਰੇ ਤਾਂ ਕੀ? ਇੰਨੇ ਚਿਰ 'ਚ ਉਹਦਾ ਘਰ ਵਾਲਾ ਟੈਲੀਫੋਨ ਕਰਕੇ ਮੁੜਿਆ। ਉਹਦਾ ਟੈਲੀਫੋਨ ਹਮੇਸ਼ਾ ਲੰਮਾ ਹੁੰਦਾ ਸੀ। ਜਾਣ ਵੇਲੇ ਜਦੋਂ ਗੱਡੀ 'ਚ ਬਹਿ ਗਏ, ਉਸ ਵੇਖਿਆ ਉਸ ਅੱਗੇ ਵੱਧ ਕੇ ਫੁੱਲ ਦੀ ਅੱਧਖਿੜੀ ਕਲੀ ਆਪਣੇ ਘਰ ਵਾਲੇ ਦੇ ਕੋਟ ਦੀ ਬਟਨ ਹੋਲ 'ਚ ਟੁੰਗ ਦਿੱਤੀ। ਤੇ ਇਹ ਹੋਰ ਗੱਲ ਸੀ ਕਿ ਉਹਦੇ ਕੋਟ ਦਾ ਰੰਗ ਸਲੇਟੀ ਸੀ, ਕਲੀ ਦਾ ਰੰਗ ਕਿਰਮਚੀ ਸੀ। ਮਾਲਾ ਮੇਕਅਪ ਖਤਮ ਕਰ ਚੁੱਕੀ ਸੀ। ਮੋਟਰ ਜਿਵੇਂ ਉਹਦੀ ਸੁਗੰਧ ਨਾਲ ਮਹਿਕ ਉੱਠੀ ਹੋਵੇ। ਇੰਨੇ 'ਚ ਬਾਹਰ ਬਾਰਿਸ਼ ਵੀ ਰੁਕ ਗਈ। ਉਸ ਇੱਕ ਨਜ਼ਰ ਉਸ ਵੱਲ ਵੇਖਿਆ। ਉਂਝ ਦੀ ਉਂਝ ਉਹ ਲੱਗ ਰਹੀ ਸੀ ਜਿਵੇਂ ਅੱਜ ਤੋਂ 25 ਵਰ੍ਹੇ ਪਹਿਲੇ ਲੱਗਦੀ ਸੀ। ਪਹਿਲੀ ਵਾਰ ਜਦੋਂ ਉਸ ਉਹਨੂੰ ਵੇਖਿਆ, ਉਹਦੀਆਂ ਪਲਕਾਂ ਇੱਕ ਮਾਦਿਕਤਾ ਵਿੱਚ ਜੁੜ ਗਈਆਂ ਸਨ ਤੇ ਉਹਨੂੰ ਇੱਕ ਕਵਿਤਾ ਦੇ ਬੋਲ ਯਾਦ ਆਉਣ ਲੱਗ ਪਏ। ਇੱਕ ਕਦਮ ਹੋਰ ਤੇ ਤਾਰੇ ਤਰੁੱਟ ਜਾਵਣਗੇ, ਅੱਜ ਮੇਰੀ ਦੁਨੀਆ 'ਚ ਘੁੱਪ ਹੈ, ਘਨਘੋਰ ਹਨੇਰਾ ਹੈ। ਹੁਣ ਕੈਲਾਸ਼ ਨੇ ਮੋਟਰ ਚਲਾ ਦਿੱਤੀ। ਇੱਕ ਝੱਟ ਦਾ ਝੱਟ ਤੇ ਇੰਝ ਪ੍ਰਤੀਤ ਹੁੰਦਾ ਜਿਵੇਂ ਕਦੀ ਵਸਿਆ ਹੀ ਨਾ ਹੋਵੇ। ਸੜਕ 'ਤੇ ਉਂਝ ਦੀ ਉਂਝ ਆਵਾਜਾਈ ਸ਼ੁਰੂ ਹੋ ਗਈ ਸੀ। ਬਹੁਤ ਦੂਰ ਉਹਨਾਂ ਦੀ ਗੱਡੀ ਨਹੀਂ ਗਈ ਹੋਏਗੀ ਕਿ ਕੈਲਾਸ਼ ਨੇ ਆਪ ਹੀ ਬੋਲਣਾ ਸ਼ੁਰੂ ਕਰਤਾ। ਮਾਲਾ, ਤੈਨੂੰ ਪਤਾ ਹੈ ਕਰਨਲ ਪ੍ਰੈਸ਼ਰ ਦੀ ਤਬੀਅਤ ਕਿਸ ਤਰ੍ਹਾਂ ਦੀ ਹੈ? ਉਹ ਆਦਮੀ ਤਾਂ ਕੁਝ ਵੀ ਨਾ ਹੋਵੇ ਤਾਂ ਲੱਖ ਕਹਾਣੀਆਂ ਬਣਾ ਲੈਂਦਾ, ਅਤੇ ਜੇ ਸੱਚਮੁੱਚ ਕੁਝ ਹੋ ਗਿਆ ਤਾਂ ਉਹ ਤੇ ਢੋਈ ਨਹੀਂ ਕਿਸੇ ਨੂੰ ਲੈਣ ਦੇਵੇਗਾ। ਉਹ ਤੇ ਅਸਮਾਨ ਸਿਰ 'ਤੇ ਚੁੱਕ ਲਏਗਾ, ਕੋਹਰਾਮ ਖੜਾ ਕਰ ਦੇਵੇਗਾ। ਵਿਹਲਾ ਫੌਜੀ ਅਫਸਰ, ਉਹਦਾ ਕੁਛ ਪਤਾ ਨਹੀਂ ਕੀ ਕਰ ਰਿਹਾ। ਅਜੇ ਉਹ ਇੰਝ ਬੋਲ ਹੀ ਰਿਹਾ ਸੀ ਕਿ ਮਾਲਾ ਨੇ ਉਹਨੂੰ ਟੋਕ ਕੇ ਕਿਹਾ, ਤੇ ਫਿਰ ਮੇਰਾ ਕੀ ਬਣੇਗਾ? ਉਹਦੀ ਆਵਾਜ਼ ਗੱਚੋ ਗੱਚ ਸੀ। ਉਸ ਆਵਾਜ਼ 'ਚ ਈਦਮ ਆਦਮ ਤੋਂ ਸਾਰੀ ਔਰਤ ਜ਼ਾਤ ਦੀ ਮਜਬੂਰੀ ਦੀ ਦਾਸਤਾਨ ਜਿਵੇਂ ਚਿੱਤਰੀ ਹੋਵੇ। ਕਿੰਨਾ ਚਿਰ ਖਾਮੋਸ਼ੀ ਛਾਈ ਰਹੀ। ਇੰਨੇ 'ਚ ਮੋਟਰ ਮਾਲਾ ਦੇ ਘਰ ਦੇ ਸਾਹਮਣੇ ਪੁੱਜ ਗਈ ਸੀ। ਮਾਲਾ ਨੇ ਆਪਣੀ ਮਨੀ ਬੈਗ ਚੁੱਕਿਆ। ਕੈਲਾਸ਼ ਨੇ ਬਾਹਰ ਨਿਕਲ ਕੇ ਉਸ ਲਈ ਮੋਟਰ ਦਾ ਦਰਵਾਜ਼ਾ ਖੋਲ੍ਹਿਆ ਤੇ ਉਹ ਸਿਰ ਸੁੱਟੀ ਗਿਣ ਕੇ ਕਦਮ ਰੱਖਦੀ ਆਪਣੇ ਘਰ ਵੱਲ ਤੁਰ ਗਈ। ਉਹਦਾ ਵਿਹੜਾ, ਉਹਦਾ ਵਰਾਂਡਾ, ਉਹਦਾ ਗੋਲ ਕਮਰਾ। ਕਹਾਣੀ ਇੱਥੇ ਹੀ ਨਹੀਂ ਖਤਮ ਹੁੰਦੀ। ਮਾਲਾ ਨੂੰ ਉਹਦੇ ਘਰ ਪਹੁੰਚਾ ਕੇ ਕੈਲਾਸ਼ ਆਪਣੇ ਘਰ ਵੱਲ ਚਲਾ ਗਿਆ। ਰਸਤੇ 'ਚ ਕੰਪਨੀ ਬਾਗ ਸੀ। ਆਪ ਉਹਦੀ ਮੋਟਰ ਬਾਹਰ ਗੇਟ ਦੇ ਰੁਕ ਗਈ। ਕੰਪਨੀ ਬਾਗ ਦੇ ਅੰਦਰ ਇੱਕ ਨਿਵਕਲੀ ਕੁਛ ਵਿੱਚ ਬੈਂਚ 'ਤੇ ਉਹ ਜਾ ਬੈਠਾ। ਘਣੇ ਰੁੱਖਾਂ ਨਾਲ ਘਿਰਿਆ ਉਹ ਬੈਂਚ ਹਮੇਸ਼ਾ ਖਾਲੀ ਪਿਆ ਰਹਿੰਦਾ ਸੀ। ਕਈ ਵਰ੍ਹਿਆਂ ਤੋਂ ਉਹਨੂੰ ਉਂਝ ਦਾ ਉਂਝ ਵੇਖਦਾ ਆ ਰਿਹਾ ਸੀ। ਜਦੋਂ ਉਹਨੂੰ ਇੰਝ ਵੇਖਦਾ, ਉਹਨੂੰ ਕੋਈ ਤਾਂਘ ਸਤਾਉਣ ਲੱਗ ਪੈਂਦੀ। ਇੱਕ ਮਿੱਠਾ ਦਰਦ ਉਹਦੇ ਅੰਗ 'ਚ ਮਚਲਣ ਲੱਗ ਪੈਂਦਾ ਸੀ। ਢੇਰ ਰਾਤ ਗਏ ਤੀਕ ਉਹ ਬੈਂਚ 'ਤੇ ਉਂਝ ਦਾ ਉਂਝ ਸਤਬਦ ਹੋਇਆ ਬੈਠਾ ਰਿਹਾ।
ਸ਼ਹਿਰ ਦਾ ਘੜਿਆਲ 12 ਫਿਰ 1 ਫਿਰ 2 ਵਜਾ ਰਿਹਾ ਸੀ। ਫਿਰ ਬਾਗ ਦਾ ਚੌਕੀਦਾਰ ਆਇਆ। ਸਭ ਰਾਤ ਜ਼ਿਆਦਾ ਹੋ ਗਈ। ਉਸ ਉਹਨੂੰ ਯਾਦ ਕਰਾਇਆ। ਉਹ ਰਾਤ ਤੇ ਅੱਜ ਦਾ ਦਿਨ ਜਦੋਂ ਉਹਦੀ ਮੋਟਰ ਉੱਧਰੋਂ ਗੁਜ਼ਰਦੀ, ਕੈਲਾਸ਼ ਦੇ ਹੱਥ ਉਹਦੀ ਗੱਡੀ ਦੇ ਸਟੀਅਰਿੰਗ 'ਤੇ ਕੰਬਣ ਲੱਗ ਪੈਂਦੇ। ਹਮੇਸ਼ਾ ਉਹਨੂੰ ਉਸ ਨਿਵੇਕਲੇ ਬੈਂਚ ਦੀ ਯਾਦ ਆ ਜਾਂਦੀ ਜਿੱਥੇ ਉਸ ਕਦੀ ਸੋਚਿਆ ਸੀ ਉਹ ਕਿਸੇ ਨਾਲ ਜਾ ਕੇ ਬੈਠੇਗਾ। ਹੋਰ ਕਈ ਵਰ੍ਹੇ ਬੀਤ ਗਏ। ਅੱਜ ਕੱਲ੍ਹ ਉਹ ਸ਼ਾਮੀ ਸੈਰ ਕਰਦਾ ਅਕਸਰ ਕੰਪਨੀ ਬਾਗ 'ਚ ਆ ਨਿਕਲਦਾ। ਦੂਰੋਂ ਉਸ ਖਾਲੀ ਪਏ ਨਿਵੇਕਲੇ ਬੈਂਚ ਨੂੰ ਵੇਖਦਾ ਤੇ ਉਹਦੇ ਦਿਲ ਨੂੰ ਕੁਝ ਹੋਣ ਲੱਗ ਪੈਂਦਾ। ਉਹਦੀਆਂ ਅੱਖਾਂ ਛਲ ਕਰਨ ਲੱਗ ਪੈਂਦੀਆਂ। ਸਾਵਣ ਦੀ ਉਸ ਸ਼ਾਮ ਅੰਤਾਂ ਦੀ ਬਾਰਿਸ਼ ਹੋਈ ਸੀ। ਕੰਪਨੀ ਬਾਗ 'ਚ ਵੜਦਿਆਂ ਹੀ ਉਸੇ ਸਭ ਤੋਂ ਸੁੰਦਰ ਫੁੱਲ ਦੀ ਕਲੀ ਤਰੁੰਡ ਲਈ। ਬਗੀਚੇ 'ਚ ਫੁੱਲ ਤੋੜਨਾ ਮਨ੍ਹਾ ਸੀ, ਪਰ ਇਹ ਇੱਕ ਜ਼ਿਆਦਤੀ ਉਹ ਪਿਛਲੇ ਕਈ ਵਰ੍ਹਿਆਂ ਤੋਂ ਕਰ ਰਿਹਾ ਸੀ। ਇੰਨੀ ਉਮਰ ਵਾਲੇ ਬਜ਼ੁਰਗ ਨੂੰ ਕੋਈ ਟੋਕਦਾ ਵੀ ਕਿਵੇਂ? ਜਦੋਂ ਵੀ ਉਹ ਕੰਪਨੀ ਬਾਗ ਵੱਲ ਆ ਨਿਕਲਦਾ, ਹੱਥ 'ਚ ਫੜੀ ਕਲੀ ਨੂੰ ਬਗੀਚੇ ਦੀ ਨਿਵੇਕਲੀ ਨੁੱਕਰ ਦੇ ਖਾਲੀ ਬੈਂਚ 'ਤੇ ਰੱਖ ਕੇ ਪਰਤ ਜਾਂਦਾ। ਉਸ ਸ਼ਾਮ ਤਰਕਾਲਾਂ ਵੇਲੇ ਜਦੋਂ ਆਇਆ, ਉਸ ਪੈਰ ਵੱਧ ਰਹੇ ਹਨੇਰੇ 'ਚ ਵੇਖਿਆ ਬਗੀਚੇ ਦੀ ਨਿਵੇਕਲੀ ਕੁਝ ਦੇ ਉਸ ਬੈਂਚ 'ਤੇ ਕੋਈ ਬੈਠੇ ਸਨ। ਇੱਕ ਮਰਦ ਤੇ ਇੱਕ ਔਰਤ, ਹੋਠਾਂ 'ਤੇ ਹੋਠ, ਇੱਕ ਦੂਜੇ ਦੀਆਂ ਬਾਹਾਂ 'ਚ ਬਲਿੰਗੇ ਹੋਏ। ਉਹਨਾਂ ਨੂੰ ਜਿਵੇਂ ਅੱਗੇ ਪਿੱਛੇ ਦੀ ਕੋਈ ਸੁਰਤ ਹੀ ਨਾ ਰਹੀ ਹੋਵੇ। ਕਿਵੇਂ ਇੱਕ ਦੂਜੇ ਨੂੰ ਚੁੰਮ ਕੇ ਨਿਢਾਲ ਹੋ ਰਹੇ। ਕਦੀ ਮਰਦ ਔਰਤ 'ਤੇ ਡਿੱਗ ਪੈਂਦਾ, ਕਦੀ ਔਰਤ ਮਰਦ 'ਤੇ ਢਹਿ ਪੈਂਦੀ। ਤੇ ਇੰਝ ਉਹਨਾਂ ਨੂੰ ਨਿਹਾਰਦਾ ਉਹ ਸਵਾਦ ਹੋ ਰਿਹਾ ਕਿ ਉਸ ਵੇਖਿਆ ਕੰਪਨੀ ਬਾਗ ਦਾ ਚੌਕੀਦਾਰ ਆਪਣੀ ਡਾਂਗ ਖੜਕਾਉਂਦਾ ਵਾਹ ਦਾ ਹੀ ਉਸ ਨਿਵੇਕਲੀ ਨੁੱਕਰ ਵੱਲ ਜਾ ਰਿਹਾ ਸੀ। ਦੂਰੋਂ ਹੀ ਖੰਗੂਰੇ ਮਾਰਨ ਲੱਗ ਪਿਆ ਸੀ। ਉਹਦਾ ਜੀਅ ਕੀਤਾ ਉਹਨੂੰ ਰੋਕ ਲਵੇ, ਉਹਨੂੰ ਫੜ ਕੇ ਉਹਦੇ ਮੂੰਹ 'ਤੇ ਹੱਥ ਰੱਖ ਲਵੇ, ਪਰ ਚੌਕੀਦਾਰ ਕਿਸੇ ਦੇ ਰੋਕਿਆਂ ਕਦੀ ਰੁਕੇ ਨਹੀਂ। ਉਹ ਤੇ ਇੰਝ ਸਾਹ ਹੋਇਆ ਜਾ ਰਿਹਾ ਸੀ ਜਿਵੇਂ ਕਿਸੇ ਨੂੰ ਸੂਲੀ 'ਤੇ ਚਾੜ ਕੇ ਰਹੇਗਾ। ਧੰਨਵਾਦ।